तो अज का जिहड़ा साडा विषय है बहुत ही पेचीदा ते बहुत ही गंभीर ये विषय है, बहुत जरूरी विषय है बच्चों वास्ते भी वड्डियां वास्ते भी, कि वट एवर हैपन्स फॉर ए परपस, कि साडे जीवन दे विच जो कुछ भी हुंदा आ उस दे पिछे कोई कारण हुंदा आ। जेकर आपां उस कारण नूं घोख लईए, जान लईए, पहचान लईए, तां बहुत सारे अपने जीवन के दिशा निर्देश असी अपने जीवन नूं किधर नूं ले जाना आ, किस पासे रुकना आ, वो अपने आप सानू समझ आउंदे चले जाते हैं। और दूसरे पासे जेकर आपां गल करनी चाहिए कि जो कुछ भी साडे नाल हुंदा आ असल दे विच वो कुदरत दा सानू कहण दा तरीका हुंदा है, कुदरत दा सानू कहण दा तरीका हुंदा है। और कला ये नहीं भी जो इंसानी जीवन दे नाल वापरदा। एक छोटी जी उदाहरण दे नाल आपां इहनूं समझ सकदे हां कि असीं अपने घरां दे विच कुछ बिजली यंत्र प्रयोग दे विच लैके आने आ, असीं अपने स्कूटर मोटरसाइकिल साइकिल प्रयोग दे विच लैके आने आ। ये सारियां चीज़ां नूं जो असीं प्रयोग च लैके आने आ, कई बारी सानूं लगदा भी सवेरे कपड़े प्रैस करन लगे ते प्रैस खराब हो गई, ते आपां ब्लेम दिंदे आ कि जिहड़ी साडी प्रैस आ ओह खराब हो गई आ। इसे तरीके दे नाल कई वारी सानूं लगदा पई जिहड़ी कोई मिक्सी ग्राइंडर आपां कोई काम करन लगे, घर च कोई व्यंजन बनाउणा सीगा पर वो खराब हो गई, आपां कहने भी इहने धोखा दे दित्ता। असीं कई वारी कोई सफर दे उत्ते हुंदे आ, सफर करदे करदे साडा स्कूटर मोटरसाइकिल जवाब दे जांदा जां साडी गड्डी जवाब दे जांदी आ, ते उस वेले असीं अक्सर ये कहंदे ओ मैं तां भाई टाइम सिर आ जाना सी पर मेरी गड्डी जवाब दे गई, या कहने भी गड्डी ने मैनू धोखा कर दिता। तो अक्सर असीं उस चीज़ नूं ब्लेम दे दिंदे आ। पर जिस चीज़ वाल मैं अज तुहाडा ध्यान दिवाना चाहुंदा, जिस चीज़ वाल मैं इशारा करना चाहुंदा, वो चीज़ यह आ भी प्रैस जदों खराब हुंदी आ उस तो कई चिर पहलां ਉਹਦੀ ਤਾਰ ਦੇ ਵਿੱਚ ਬਲ ਸਾਨੂੰ ਦਿਖਣੇ ਸ਼ੁਰੂ ਹੋ ਜਾਂਦੇ ਵੀ ਬਲ ਪੈ ਰਹੇ ਆ। ਅਸੀਂ ਕਦੀ ਉਸ ਤਾਰ ਦੇ ਵਿੱਚੋਂ ਬਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਪ੍ਰੈਸ ਨੂੰ ਆਪਾਂ ਇਦਾਂ ਘੁਮਾਉਂਦੇ ਜਾਂਦੇ ਆ, ਘੁਮਾਉਂਦੇ ਜਾਂਦੇ ਆ, ਘੁਮਾਉਂਦੇ ਜਾਂਦੇ ਆ, ਤਾਰ ਨੂੰ ਬਲ ਪੈਂਦੇ ਜਾਂਦੇ ਆ, ਆਖਰਕਾਰ ਉਹ ਤਾਰ ਕ੍ਰੈਕ ਹੁੰਦੀ ਆ ਤੇ ਸਾਨੂੰ ਮੌਕੇ ਤੇ ਫਿਰ ਪ੍ਰੈਸ ਜਵਾਬ ਦਿੰਦੀ ਆ। ਪਰ ਉਹ ਕਈ ਚਿਰ ਪਹਿਲਾਂ ਤਾਰ ਦੇ ਬਲ ਸਾਨੂੰ ਦੱਸਦੇ ਆ ਵੀ ਭਾਈ ਇਹ ਜਿਹੜੇ ਬਲ ਆ ਕੱਢ ਲਓ ਨਹੀਂ ਤਾਂ ਇਹ ਸਾਰਾ ਕੁਝ ਖਰਾਬ ਹੋ ਜਾਣਾ, ਪਰ ਆਪਾਂ ਨਹੀਂ ਧਿਆਨ ਦਿੰਦੇ। ਇਸੇ ਤਰੀਕੇ ਦੇ ਨਾਲ ਮਿਕਸੀ ਗ੍ਰਾਈਂਡਰ ਦੀ ਤਾਰ ਦੇ ਨਾਲ ਵੀ ਹੁੰਦਾ, ਜਾਂ ਉਹਦੀ ਮੋਟਰ ਅਕਸਰ ਖਰਾਬ ਹੋਣ ਤੋਂ ਪਹਿਲਾਂ ਕੁਛ ਨਾ ਕੁਛ ਆਵਾਜ਼ਾਂ ਤਰ੍ਹਾਂ ਤਰ੍ਹਾਂ ਦੀਆਂ ਕੱਢਦੀ ਆ। ਜੇਕਰ ਉਹ ਸੁਆਣੀ ਉਹਨਾਂ ਚੀਜ਼ਾਂ ਵੱਲ ਥੋੜਾ ਧਿਆਨ ਦੇ ਦੇਵੇ ਕਿ ਮਿਕਸੀ ਗ੍ਰਾਈਂਡਰ ਹੁਣ ਜ਼ੋਰ ਖਾ ਰਹੀ ਆ, ਇਹ ਜਾਮ ਚੱਲ ਰਹੀ ਆ, ਇਹਦੇ ਚ ਕਾਰਬਨ ਜ਼ਿਆਦਾ ਜੰਮ ਚੁੱਕੀ ਆ, ਇਹ ਥੋੜਾ ਘੜਿਚ ਘੜਿਚ ਕਰਕੇ ਚੱਲਦੀ ਆ, ਜੇ ਇੰਨਾ ਉਹ ਧਿਆਨ ਦੇ ਲਵੇ ਤਾਂ ਯਕੀਨ ਜਾਣਿਓ ਉਹਨੂੰ ਸਮੇਂ ਰਹਿੰਦੇ ਠੀਕ ਕਰਵਾ ਕੇ ਉਸ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ। ਪਰ ਕਿਉਂਕਿ ਆਪਾਂ ਧਿਆਨ ਨਹੀਂ ਦਿੰਦੇ, ਇਸ ਕਰਕੇ ਉਹ ਮੌਕੇ ਦੇ ਉੱਤੇ ਜਾ ਕੇ ਸਾਰਾ ਕੁਝ ਖਰਾਬ ਹੁੰਦਾ। ਇਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਸਕੂਟਰ ਮੋਟਰਸਾਈਕਲ ਦੀ, ਦੇਖੋ ਜ਼ਿਆਦਾਤਰ 90% ਚਾਂਸ ਹੁੰਦੇ ਆ ਕਿ ਅਚਨਚੇਤ ਖਰਾਬ ਨਹੀਂ ਹੁੰਦਾ। ਜੇ ਪੈਂਚਰ ਦੀ ਵੀ ਗੱਲ ਕਰ ਲਈਏ ਆਪਾਂ ਤਾਂ ਸਾਡੇ ਸਕੂਟਰ ਦੇ ਵਿੱਚ ਜਾਂ ਮੋਟਰਸਾਈਕਲ ਦੇ ਵਿੱਚ ਹਵਾ ਦਾ ਪ੍ਰੈਸ਼ਰ ਘਟਿਆ ਹੁੰਦਾ, ਅਸੀਂ ਧਿਆਨ ਕਿਤੇ ਹੋਰ ਲੱਗਾ ਹੈ, ਅਸੀਂ ਉਹ ਦੱਬੀ ਰੱਖਦੇ ਐਕਸੀਲੇਟਰ, ਉਹਦਾ ਕੰਨ ਅਸੀਂ ਮਰੋੜੀ ਰੱਖਦੇ ਆ। ਜਦੋਂ ਉਹਦਾ ਅਸੀਂ ਲਗਾਤਾਰ ਕੰਨ ਮਰੋੜੀ ਰੱਖਦੇ ਆ ਤਾਂ ਹੁੰਦਾ ਕੀ ਹੈ, ਘੱਟ ਹਵਾ 'ਚ ਚੱਲਦਾ ਚੱਲਦਾ ਜਾਂ ਟਾਇਰ ਨੂੰ ਟੱਕ ਲੱਗ ਜਾਂਦਾ, ਜਾਂ ਪੈਂਚਰ ਹੋ ਜਾਂਦਾ, ਜਾਂ ਫਿਰ ਟਿਊਬ ਖਰਾਬ ਹੋ ਜਾਂਦੀ ਹੈ। ਤੇ ਫਿਰ ਅਸੀਂ ਕਹਿੰਦੇ ਵੀ ਭਾਈ ਰਾਤ ਬਰਾਤੇ ਸਕੂਟਰ ਮੋਟਰਸਾਈਕਲ ਨੇ ਧੋਖਾ ਦੇ ਦਿੱਤਾ। ਇਸ ਤੋਂ ਵੀ ਪਹਿਲਾਂ ਜਦੋਂ ਕਿਸੇ ਚੀਜ਼ ਨੇ ਖਰਾਬ ਹੋਣਾ ਹੋਵੇ, ਜੇ ਅਸੀਂ ਆਪਣੇ ਘਰ ਦੇ ਵਿੱਚ ਪਈਆਂ ਚੀਜ਼ਾਂ ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਆ ਉਹਨਾਂ ਦੇ ਪ੍ਰਤੀ ਸੰਵੇਦਨਸ਼ੀਲ ਹੋ ਜਾਈਏ, ਉਹਨਾਂ ਦੇ ਪ੍ਰਤੀ ਵੀ ਕ੍ਰਿਤੱਗਤਾ ਦਾ ਭਾਵ ਪ੍ਰਗਟ ਕਰੀਏ, ਉਹਨਾਂ ਤੋਂ ਕੰਮ ਲੈਂਦੇ ਵੀ ਅਸੀਂ ਮਨ ਦੇ ਵਿੱਚ ਖੁਸ਼ੀ ਰੱਖ ਕੇ ਉਹਨਾਂ ਤੋਂ ਕੰਮ ਲਈਏ, ਔਰ ਚਾਹੇ ਉਹ ਮਟੀਰੀਅਲ ਆ ਪਰ ਫਿਰ ਵੀ ਧੰਨਵਾਦ ਕਰੀਏ ਵੀ ਇਹਨੇ ਸਾਡਾ ਸਾਥ ਦੇ ਦਿੱਤਾ। ਤੇ ਜੇਕਰ ਆਪਾਂ ਏਦਾਂ ਕ੍ਰਿਤੱਗਤਾ ਭਾਵ ਦੇ ਨਾਲ ਉਹਨਾਂ ਨਾਲ ਰਿਸ਼ਤਾ ਆਪਣੀਆਂ ਚੀਜ਼ਾਂ ਨਾਲ ਕਾਇਮ ਰੱਖਦੇ ਆ ਤਾਂ ਯਕੀਨ ਜਾਣਿਓ ਸਾਨੂੰ ਉਹਨਾਂ ਦੇ ਖਰਾਬ ਹੋਣ ਤੋਂ ਅਗਾਊਂ ਕਈ ਚਿਰ ਪਹਿਲਾਂ ਉਹ ਕੁਝ ਨਾ ਕੁਝ ਦੱਸਣਾ ਸ਼ੁਰੂ ਕਰ ਦਿੰਦੀਆਂ, ਪਰ ਆਪਾਂ ਸੁਣਦੇ ਨਹੀਂ। ਸੋ ਇਸੇ ਤਰੀਕੇ ਦੇ ਨਾਲ ਸਾਡਾ ਜੀਵਨ ਆ, ਕਿਉਂਕਿ ਜੀਵਨ ਦੀ ਗੱਡੀ ਤਾਂ ਸਭ ਤੋਂ ਜ਼ਿਆਦਾ ਬਹੁਮੁੱਲੇ ਆ। ਜੇਕਰ ਮਾੜਾ ਜਿਹਾ ਸਾਡਾ ਸਕੂਟਰ ਖਰਾਬ ਹੋਵੇ ਤਾਂ ਉਹਨਾਂ ਨਾਲ ਸਾਨੂੰ ਪਰੇਸ਼ਾਨੀ ਹੋ ਜਾਂਦੀ ਆ, ਗੱਡੀ ਖਰਾਬ ਹੋਵੇ ਉਹਨਾਂ ਨਾਲ ਸਾਨੂੰ ਪਰੇਸ਼ਾਨੀ ਹੋ ਜਾਂਦੀ ਆ। ਤੇ ਜੀਵਨ ਦੀ ਜਿਹੜੀ ਗੱਡੀ ਆ ਜੇ ਤੇ ਸਾਡੀ ਇਹ ਸੋਲ ਜਾਂ એનર્ਜੀ ਜਿਸ ਸਰੀਰ ਦੇ ਉੱਤੇ ਬੈਠ ਕੇ ਨੇ ਪੂਰਾ ਜਿਹੜਾ ਸਫ਼ਰ ਕਰਨਾ ਆ,
70 80 100 ਸਾਲ ਦਾ ਸਫ਼ਰ ਕਰਨਾ ਆ, ਇਸ ਗੱਡੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਪਰ ਜਾਣੇ ਅਣਜਾਣੇ ਦੇ ਵਿੱਚ ਆਪਾਂ ਕਈ ਵਾਰ ਇਦਾਂ ਦੀਆਂ ਭੁੱਲਾਂ ਕਰ ਜਾਂਦੇ ਆ ਕਿ ਅਸੀਂ ਇਹਦੀ ਗੱਲ ਸੁਣਦੇ ਹੀ ਨਹੀਂ। ਜਦੋਂ ਅਸੀਂ ਗੱਲ ਸੁਣਦੇ ਨਹੀਂ ਤਾਂ ਫਿਰ ਕੁਦਰਤ ਦਾ ਆਪਣਾ ਤਰੀਕਾ ਸਾਨੂੰ ਦੱਸਣ ਦਾ, ਉਹ ਵੀ ਸਾਨੂੰ ਅਗਾਊਂ ਬਹੁਤ ਵਾਰ ਪਹਿਲਾਂ ਵਾਰਨਿੰਗ ਦਿੰਦੀ ਆ, ਬੜਾ ਚਿਰ ਪਹਿਲਾਂ ਸਾਨੂੰ ਦੱਸਣਾ ਸ਼ੁਰੂ ਕਰਦੀ ਆ। ਪਰ ਜਦੋਂ ਅਸੀਂ ਨਹੀਂ ਸੁਣਦੇ ਫਿਰ ਜਾ ਕੇ ਆਖਰਕਾਰ ਕੰਮ ਜਿਹੜਾ ਉਹ ਜ਼ਿਆਦਾ ਖਰਾਬ ਹੁੰਦਾ ਆ, ਤੇ ਫਿਰ ਅਸੀਂ ਕਹਿੰਦੇ ਆ ਵੀ ਲੈ ਵੀ ਸਾਡੇ ਨਾਲ ਪਤਾ ਨਹੀਂ ਪ੍ਰਮਾਤਮਾ ਰੁੱਸ ਗਿਆ। ਤਾਂ ਪ੍ਰਮਾਤਮਾ ਬੱਚਿਓ ਕਿਸੇ ਨਾਲ ਰੁੱਸਦਾ ਨਹੀਂ, ਪ੍ਰਮਾਤਮਾ ਕਿਸੇ ਦੇ ਨਾਲ ਕੋਈ ਧੋਖਾ ਨਹੀਂ ਕਰਦਾ। ਉਹ ਸਾਨੂੰ ਅਗਾਊਂ ਬਹੁਤ ਸਾਰੀਆਂ ਚੀਜ਼ਾਂ ਦੀ ਇੰਡੀਕੇਸ਼ਨ ਦਿੰਦਾ ਆ। ਇਹੀ ਸਾਡਾ ਜਿਹੜਾ ਅੱਜ ਦਾ ਵਿਸ਼ਾ ਆ ਕਿ ਵਾਟ ਐਵਰ ਹੈਪਨਸ ਫॉर ਅ ਪਰਪਸ, ਯਾਨੀ ਜੋ ਸਾਡੇ ਨਾਲ ਬੀਤਦਾ ਆ, ਜੇਕਰ ਅਸੀਂ ਉਸ ਨੂੰ ਚੰਗੇ ਤਰੀਕੇ ਨਾਲ ਘੋਖ ਲਈਏ ਤਾਂ ਅਸੀਂ ਆਉਣ ਵਾਲੀ ਅੱਗੇ ਪਰੇਸ਼ਾਨੀ ਤੋਂ ਬਹੁਤ ਪਹਿਲਾਂ ਬਚ ਸਕਦੇ ਹਾਂ, ਜੇਕਰ ਅਸੀਂ ਉਹਨੂੰ ਘੋਖ ਲਈਏ। ਤੇ ਜੇ ਅਸੀਂ ਨਾ ਘੋਖੀਏ ਫਿਰ ਜਿੱਦਾਂ ਸਕੂਟਰ ਸਾਨੂੰ ਧੋਖਾ ਦਿੰਦਾ, ਇਦਾਂ ਸਾਡਾ ਸਰੀਰ ਤੇ ਦਿਮਾਗ ਵੀ ਸਾਨੂੰ ਧੋਖਾ ਦੇ ਦਿੰਦਾ। ਤਾਂ ਇੱਕ ਛੋਟੀ ਜੀ ਕਹਾਣੀ ਦੇ ਨਾਲ ਮੈਂ ਆਪ ਸਭ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਵਾਟ ਐਵਰ ਹੈਪਨਸ ਫॉर ਅ ਪਰਪਸ। W.J. ਮਿਸ਼ੈਲ ਨਾਮ ਦਾ ਇੱਕ ਆਦਮੀ, ਜਿਸ ਦਾ ਕਿ ਛੋਟੀ ਉਮਰ 20 ਸਾਲ ਤੋਂ ਛੋਟੀ ਉਮਰ ਦੇ ਵਿੱਚ ਉਹਦਾ ਐਕਸੀਡੈਂਟ ਹੋ ਜਾਂਦਾ। ਜਦੋਂ ਉਹਦਾ ਐਕਸੀਡੈਂਟ ਹੁੰਦਾ ਤਾਂ ਉਸ ਐਕਸੀਡੈਂਟ ਦੇ ਵਿੱਚ ਉਹਦੇ ਸਰੀਰ ਦੇ ਉੱਤੇ ਬਹੁਤ ਸੱਟਾਂ ਲੱਗਦੀਆਂ। 2-3 ਸਾਲ ਉਹ ਬੈੱਡ ਦੇ ਉੱਤੇ ਰਹਿੰਦਾ। ਜਦੋਂ 2-3 ਸਾਲ ਉਹ ਬੈੱਡ ਦੇ ਉੱਤੇ ਕੱਟਦਾ, ਬਹੁਤ ਹੀ ਮੁਸ਼ਕਲ ਦੇ ਨਾਲ ਸਾਰੀਆਂ ਪੱਟੀਆਂ ਪੁੱਟੀਆਂ ਕਰਨ ਤੋਂ ਬਾਅਦ ਉਹ ਜਿਹੜਾ ਬੱਚਾ ਠੀਕ ਹੋ ਕੇ ਦੁਬਾਰਾ ਆਪਣੀ ਪੜ੍ਹਾਈ ਲਿਖਾਈ ਕਰਕੇ ਜਾਂ ਜੋ ਵੀ ਉਹਨੇ ਕਰਨਾ ਉਹ ਕਾਰੋਬਾਰ ਆਪਣਾ ਸਥਾਪਿਤ ਕਰ ਲੈਂਦਾ। ਜਦੋਂ ਉਹਦੀ ਉਮਰ 20 ਸਾਲ ਤੋਂ 25 ਸਾਲ ਦੇ ਵਿੱਚ ਹੁੰਦੀ ਆ, ਦੁਬਾਰਾ ਉਹਦੀ ਕਾਰ ਦਾ ਇੱਕ ਗੰਭੀਰ ਐਕਸੀਡੈਂਟ ਹੁੰਦਾ, ਜਿਸ ਐਕਸੀਡੈਂਟ ਦੇ ਵਿੱਚ ਉਹਦੀ ਕਾਰ ਇੱਕ ਬਹੁਤ ਵੱਡੇ ਟਰਾਲੇ ਦੇ ਨਾਲ ਟਕਰਾ ਜਾਂਦੀ ਹੈ। ਹੁਣ ਜਦੋਂ ਟਰਾਲੇ ਨਾਲ ਟਕਰਾਉਂਦੀ ਆ ਤਾਂ ਕਾਰ ਨੂੰ ਅੱਗ ਲੱਗ ਜਾਂਦੀ ਹੈ। ਜਦੋਂ ਕਾਰ ਨੂੰ ਅੱਗ ਲੱਗ ਜਾਂਦੀ ਹੈ, ਉਹਦੇ ਸਰੀਰ ਦੇ ਵਿੱਚ ਮੇਰਾ ਖਿਆਲ ਸੈਂਕੜੇ ਤੋਂ ਵੱਧ ਹੱਡੀਆਂ, ਜੋ ਮੈਂ ਪੜਿਆ ਸੈਂਕੜੇ ਤੋਂ ਵੱਧ ਹੱਡੀਆਂ ਟੁੱਟ ਜਾਂਦੀਆਂ, ਤੇ ਨਾਲ ਦੇ ਨਾਲ ਉਹਦੀ ਕਾਰ ਨੂੰ ਅੱਗ ਲੱਗਣ ਕਰਕੇ ਉਹਦਾ ਅੱਧਾ ਸਰੀਰ ਝੁਲਸ ਜਾਂਦਾ। ਉਹਨੂੰ ਇੱਕ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜਾਂਦਾ। ਹਸਪੀਟਲ ਦੇ ਵਿੱਚ ਦਾਖਲ ਕਰਵਾ ਕੇ 2-3 ਸਾਲ ਦੀ ਮਿਹਨਤ ਤੋਂ ਬਾਅਦ ਵੀ ਉਹ ਬੰਦਾ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ। ਤੇ ਇੱਕ ਨਰਸ ਜਿਹੜੀ ਉਹਦੀ ਸੇਵਾ ਕਰ ਰਹੀ ਹੁੰਦੀ ਆ, ਉਹ ਸੇਵਾ ਕਰਦੀ ਹੋਈ ਜਿਹੜੀ ਨਰਸ ਆ ਇੱਕ ਦਿਨ ਰੋਣ ਲੱਗ ਪੈਂਦੀ ਆ। ਉਹ ਕਹਿੰਦਾ ਵੀ ਤੈਨੂੰ ਦੱਸ ਕੀ ਪ੍ਰੋਬਲਮ ਹੋਈ, ਕੀ ਪਰੇਸ਼ਾਨੀ ਆ ਤੈਨੂੰ, ਵੀ ਤੇਰੀ ਕਿਤੇ ਬਦਲੀ ਹੋ ਗਈ ਆ ਜਾਂ ਜੌਬ ਕਿਤੇ ਹੋਰ ਕਰਨ ਜਾ ਰਹੀ ਤੂੰ? ਕਹਿੰਦੀ ਨਹੀਂ, ਮੈਨੂੰ ਉਹ ਪਰੇਸ਼ਾਨੀ ਨਹੀਂ, ਮੈਂ ਤਾਂ ਹਸਪੀਟਲ ਦੇ ਵਿੱਚ ਆ, ਪਰ ਤੈਨੂੰ ਛੁੱਟੀ ਮਿਲ ਰਹੀ ਆ। ਉਹ ਕਹਿੰਦਾ ਵੀ ਮੈਂ ਤੇਰਾ ਪੇਸ਼ੈਂਟ ਆ, ਜੇ ਮੈਨੂੰ ਛੁੱਟੀ ਮਿਲ ਰਹੀ ਆ ਤਾਂ ਤੈਨੂੰ ਇਹਦੀ ਖੁਸ਼ੀ ਮਨਾਉਣੀ ਚਾਹੀਦੀ ਆ। ਤੇ ਉਹ ਨਰਸ ਅੱਗੋਂ ਕਹਿੰਦੀ ਆ ਵੀ ਮੈਂ ਖੁਸ਼ ਤਾਂ ਹੈਗੀ ਆ ਇਸ ਕਰਕੇ ਵੀ ਤੁਹਾਨੂੰ ਛੁੱਟੀ ਮਿਲ ਰਹੀ ਆ, ਪਰ ਮੈਂ ਇਸ ਕਰਕੇ ਰਹੀ ਆ। ਕਿਉਂ ਰੋ ਰਹੀ ਆ? ਕਿਉਂਕਿ ਮੈਂ ਪੂਰੀ ਤਨ ਮਨ ਦੇ ਨਾਲ ਵੀ ਜਿਹੜੀ ਤੇਰੀ ਕੇਅਰ ਕੀਤੀ ਆ, ਪਰ ਇੰਨੀ ਕੇਅਰ ਕਰਨ ਦੇ ਬਾਵਜੂਦ ਵੀ ਤੈਨੂੰ ਪੈਰਾਂ ਤੇ ਖੜਾ ਹੁੰਦੇ ਨਹੀਂ ਮੈਂ ਦੇਖ ਪਾਈ। ਤੇ ਉਹ ਜਿਹੜਾ W.J. ਮਿਸ਼ੈਲ ਅੱਧਾ ਸੜਿਆ ਹੋਇਆ, ਉਹਨੂੰ ਕਹਿੰਦਾ ਕਿ ਚੱਲ ਕੋਈ ਗੱਲ ਨਹੀਂ, ਤੁਸੀਂ ਕੀ ਅੱਜ ਸ਼ਾਮ ਨੂੰ ਮੈਨੂੰ ਫਲਾਣੇ ਪਾਰਕ ਦੇ ਵਿੱਚ ਮਿਲ ਸਕਦੇ ਹੋ ਜਿੱਥੇ ਮੇਰਾ ਘਰ ਆ? ਤੇ ਉਹ ਕਹਿੰਦੀ ਹਾਂ ਮਿਲ ਸਕਦੀ ਆ। ਜਦੋਂ ਉੱਥੇ ਜਾ ਕੇ ਉਹਨੂੰ ਮਿਲਦੀ ਆ ਤੇ ਮਿਲਦੇ ਨਰਸ ਦੇ ਮਨ ਦੇ ਵਿੱਚ ਇਹ ਆ ਵੀ ਬੰਦਾ ਖੜਾ ਨਹੀਂ ਹੋਇਆ, ਉਹਦੇ ਮਨ 'ਚ ਇਹ ਆ ਵੀ ਮੈਂ ਬਚੇ ਗਿਆ। ਕਿਉਂਕਿ ਸਾਡਾ ਅੱਜ ਦਾ ਵਿਸ਼ਾ ਵਾਟ ਐਵਰ ਹੈਪਨਸ ਫॉर ਅ ਪਰਪਸ, ਕਿ ਸਾਡੇ ਜੀਵਨ ਦੇ ਵਿੱਚ ਜੋ ਵੀ ਹੁੰਦਾ ਕਿਸੇ ਕਾਰਨ ਵਸ਼ ਹੁੰਦਾ। ਜੇ ਅਸੀਂ ਉਹ ਕਾਰਨ ਲੱਭ ਲਈਏ ਤਾਂ ਅਸੀਂ ਕਦੀ ਪਿੱਛੇ ਮੁੜ ਕੇ ਨਹੀਂ ਦੇਖ ਸਕਦੇ। ਤੇ ਉਹ ਪਾਰਕ ਦੇ ਵਿੱਚ ਦੋਨੋਂ ਜਣੇ ਮਿਲਦੇ ਆ, ਵਾਰਤਾਲਾਪ ਹੁੰਦੀ ਆ। ਉਹ ਉਹਨੂੰ ਵਿਆਹ ਦੀ ਆਫਰ ਦਿੰਦਾ ਆ ਵੀ ਜੇ ਤੈਨੂੰ ਬੁਰਾ ਨਾ ਲੱਗੇ ਤਾਂ ਕੀ ਮੈਂ ਤੇਰੇ ਨਾਲ ਵਿਆਹ ਕਰ ਸਕਦਾ। ਖੈਰ ਉਹ ਮੰਨ ਜਾਂਦੀ ਆ, ਦੋਨਾਂ ਦੀ ਮੈਰਿਜ ਵੀ ਹੋ ਜਾਂਦੀ ਆ। ਹੈਰਾਨ ਕਰਨ ਵਾਲੀ ਗੱਲ ਇਹ ਆ ਵੀ ਇੱਕ ਆਮ ਬੰਦੇ ਦੇ ਲਈ ਇਹ ਰਿਸ਼ਤਾ ਕਰਨਾ ਇੰਨਾ ਔਖਾ ਹੁੰਦਾ। ਇੱਕ ਅੱਧਾ ਸੜਿਆ ਬੰਦਾ ਜੋ ਆਪਣੀ ਚੇਅਰ ਤੋਂ ਨਹੀਂ ਉੱਠ ਸਕਦਾ, ਸਿਰਫ ਇੱਕ 2-3 ਸਾਲ ਦੇ ਰਿਲੇਸ਼ਨ ਦੇ ਨਾਲ ਉਸ ਬੰਦੇ ਦਾ ਵਿਆਹ ਹੋ ਸਕਦਾ, ਕਿਤੇ ਨਾ ਹੁੰਦਾ, ਪਰ ਕਿਉਂਕਿ ਉਹਦੇ ਮਨ ਦੇ ਵਿੱਚ ਸਕਾਰਾਤਮਕਤਾ ਸੀਗੀ, ਇਸ ਕਰਕੇ ਉਹਦੀ ਮੈਰਿਜ ਹੋ ਜਾਂਦੀ ਆ। ਉਸ ਤੋਂ ਬਾਅਦ ਉਹ ਕਈ ਕਾਰੋਬਾਰ ਕਰਦਾ, ਕਾਰੋਬਾਰਾਂ ਦੇ ਵਿੱਚ ਵੀ ਸਫਲ ਹੁੰਦਾ। ਫਿਰ ਉੱਥੇ ਸੈਨੇਟ ਦੀਆਂ ਇਲੈਕਸ਼ਨ ਹੁੰਦੀਆਂ। ਸੈਨੇਟ ਦੀਆਂ ਇਲੈਕਸ਼ਨ ਜਿੱਦਾਂ ਸਾਡੇ ਮੰਤਰੀ ਵਗੈਰਾ ਬਣਦੇ ਆ, ਉੱਥੇ ਸੈਨੇਟਰ ਬਣਨੇ ਹੁੰਦੇ ਆ। ਸੈਨੇਟਰ ਦੀਆਂ ਇਲੈਕਸ਼ਨਸ ਦੇ ਵਿੱਚ ਉਹ ਸ਼ਖਸ ਖੜਾ ਹੁੰਦਾ। ਜਦੋਂ ਉਹ ਸ਼ਖਸ ਖੜਾ ਹੁੰਦਾ ਪੂਰੀ ਦੁਨੀਆ ਹੱਸਦੀ ਆ, ਕਹਿੰਦੇ ਅੱਧਾ ਜਲਿਆ ਆ, ਮੂੰਹ ਵੀ ਇਹਦਾ ਜਲਿਆ ਆ, ਪੈਰਾਂ ਤੇ ਖੜਾ ਨਹੀਂ ਹੋ ਸਕਦਾ, ਇਹਨੇ ਸਾਡੇ ਸਮਾਜ ਦਾ ਕਿਆ ਸੁਧਾਰ ਕਰਨਾ। ਤੇ ਜਦੋਂ ਆਪਣੀ ਪਹਿਲੀ ਰੈਲੀ ਦੇ ਵਿੱਚ ਉਹ ਸ਼ਖਸ ਜਾਂਦਾ ਆ,
ਉਸ ਰੈਲੀ ਦੇ ਵਿੱਚ ਉਹਨੂੰ ਸਵਾਲ ਤੇ ਸਵਾਲ ਯਾਨੀ ਕਿ ਉਹਦੇ ਉੱਤੇ ਦਾਗੇ ਜਾਂਦੇ ਆ, ਔਰ ਸਾਰੇ ਬੰਦੇ ਇਹੀ ਸਵਾਲੀਆ ਚਿੰਨ੍ਹ ਉੱਤੇ ਲੈ ਜਾਂਦੇ ਆ ਕਿ ਤੂੰ ਅੱਧਾ ਜਲਿਆ ਆ, ਸਰੀਰ ਤੇਰਾ ਚੱਲਦਾ ਨਹੀਂ, ਹੱਡੀਆਂ ਤੇਰੀਆਂ ਟੁੱਟੀਆਂ ਆ, ਵੀਲ ਚੇਅਰ ਦੇ ਉੱਤੇ ਤੂੰ ਬੈਠਾ ਆ ਤੇ ਤੂੰ ਦੁਨੀਆ ਦਾ ਕੀ ਭਲਾ ਕਰੂੰਗਾ। ਸਾਰੇ ਬੰਦੇ ਉੱਤੇ ਤੁਹਮਤਾਂ ਲਾਉਂਦੇ ਆ। ਉਹ ਅੰਤ ਦੇ ਵਿੱਚ ਇੱਕ ਸਵਾਲ ਪੁੱਛਦਾ, ਕਹਿੰਦਾ ਕੀ ਤੁਹਾਨੂੰ ਜਿਹੜਾ ਮੇਰਾ ਇਹ ਜਲਿਆ ਹੋਇਆ ਚਿਹਰਾ ਆ ਦੁਨੀਆ ਤੋਂ ਜਾਂ ਹੋਰ ਲੋਕਾਂ ਤੋਂ ਅਲੱਗ ਲੱਗਦਾ ਆ? ਕੀ ਤੁਹਾਨੂੰ ਮੇਰਾ ਜਲਿਆ ਹੋਇਆ ਚਿਹਰਾ ਆ ਬਾਕੀ ਆਮ ਲੋਕਾਂ ਦੇ ਚਿਹਰਿਆਂ ਤੋਂ ਅਲੱਗ ਲੱਗਦਾ ਆ? ਤਾਂ ਸਾਰੇ ਕਹਿੰਦੇ ਹਾਂ ਤੇਰਾ ਚਿਹਰਾ ਅਲੱਗ ਵਾ। ਉਹ ਕਹਿੰਦਾ ਜੇ ਮੇਰਾ ਚਿਹਰਾ ਅਲੱਗ ਵਾ ਤਾਂ ਮੇਰੇ ਕੰਮ ਵੀ ਅਲੱਗ ਹੋਣਗੇ। ਜੇ ਮੇਰਾ ਚਿਹਰਾ ਅਲੱਗ ਵਾ ਤਾਂ ਮੇਰੇ ਕੰਮ ਵੀ ਅਲੱਗ ਹੋਣਗੇ। ਸਿਰਫ ਉਹਦੀ ਇੱਕ ਸਟੇਟਮੈਂਟ ਦੇ ਨਾਲ ਉਹ ਸੈਨੇਟਰ ਦੀਆਂ ਇਲੈਕਸ਼ਨ ਜਿੱਤਦਾ ਵੀ ਆ। ਉਸ ਤੋਂ ਬਾਅਦ ਕਈ ਸਾਲ ਉਹ ਐਜ਼ ਏ ਸੈਨੇਟਰ ਉਸ ਏਰੀਏ ਉੱਤੇ ਰਾਜ ਵੀ ਕਰਦਾ ਤੇ ਉਹਨੇ ਹੀ ਇਹ ਕਿਤਾਬ ਲਿਖੀ ਆ। ਉਸ ਕਿਤਾਬ ਦਾ ਨਾਮ ਆ ਵਾਟ ਐਵਰ ਹੈਪਨਸ ਫॉर ਏ ਪਰਪਸ। ਜੇ ਉਹ ਰੋਂਦਾ ਰਹਿੰਦਾ, ਕੁਰਲਾਉਂਦਾ ਰਹਿੰਦਾ, ਪਰੇਸ਼ਾਨ ਹੁੰਦਾ ਰਹਿੰਦਾ, ਲੋਕਾਂ ਨੂੰ ਤੁਹਮਤਾਂ ਲਾਉਂਦਾ ਰਹਿੰਦਾ ਤਾਂ ਸਾਰਿਆਂ ਨੂੰ ਇਹੀ ਕਹਿਣਾ ਸੀ ਕਿ ਲੂਲਾ ਲੰਗੜਾ ਆ, ਹੈਂਡੀਕੈਪਟ ਆ ਤੇ ਤਰਸ ਦਾ ਪਾਤਰ ਆ। ਪਰ ਉਸ ਸ਼ਖਸ ਨੇ ਹਸਪੀਟਲ ਦੇ ਵਿੱਚ ਸੀਗਾ, ਉਹਨੇ ਉੱਥੋਂ ਵੀ ਲੱਭਿਆ ਕਿ ਮੇਰਾ ਇੱਥੇ ਆਉਣ ਦਾ ਕੋਈ ਪਰਪਸ ਆ। ਉੱਥੋਂ ਮੈਰਿਜ ਕਰਕੇ ਨਿਕਲਿਆ ਇੱਕ ਵਧੀਆ ਨਰਸ ਦੇ ਨਾਲ। ਉਸ ਤੋਂ ਬਾਅਦ ਉਹਨੇ ਆਪਣੇ ਸਰੀਰ ਦੇ ਵਿੱਚ ਜੋ ਵੀ ਕਮੀਆਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਕਾਰੋਬਾਰ ਐਸਟੈਬਲਿਸ਼ ਕੀਤਾ। ਫਿਰ ਉਹ ਸੈਨੇਟਰ ਦੀਆਂ ਇਲੈਕਸ਼ਨ 'ਚ ਖੜਾ। ਫਿਰ ਇੱਕ ਸਿਰਫ ਤੇ ਸਿਰਫ ਇੱਕ ਸਟੇਟਮੈਂਟ ਦੇ ਨਾਲ, ਉਹ ਸਟੇਟਮੈਂਟ ਕਿਹੜੀ ਵੀ ਜੇ ਮੇਰਾ ਦੁਨੀਆ ਤੋਂ ਚਿਹਰਾ ਸੜਿਆ ਹੋਇਆ ਅਲੱਗ ਵਾ ਤਾਂ ਇਹਦਾ ਮਤਲਬ ਮੇਰੇ ਕੰਮ ਵੀ ਅਲੱਗ ਹੋ ਸਕਦੇ ਆ। ਉਹਦੀ ਇੱਕ ਸਟੇਟਮੈਂਟ ਉਹਨੂੰ ਕਈ ਵਾਰ ਸੈਨੇਟਰ ਜਿੱਤਣ ਦੇ ਵਿੱਚ ਕਾਮਯਾਬ ਰਿਹਾ ਤੇ ਇੱਕ ਸਫਲ ਬਿਜ਼ਨਸਮੈਨ, ਸਫਲ ਗ੍ਰਸਤੀ ਤੇ ਸਫਲ ਸੈਨੇਟਰ ਦੇ ਤੌਰ ਦੇ ਉੱਤੇ ਅੱਧਾ ਜਲਿਆ ਬੰਦਾ, ਸੈਂਕੜੇ ਹੱਡੀਆਂ ਟੁੱਟੀਆਂ, ਵੀਲ ਚੇਅਰ ਤੋਂ ਕਦੀ ਖੜਾ ਨਾ ਹੋ ਸਕਦਾ, ਪਰ ਉਹ ਕਾਮਯਾਬ ਹੋ ਕੇ ਜੀਵੰਤ ਹੋ ਗਿਆ। तो ਉਹਦੀ ਕਿਤਾਬ ਆ ਵਾਟ ਐਵਰ ਹੈਪਨਸ ਫॉर ਏ ਪਰਪਸ। ਤੇ ਜੋ ਹੁੰਦਾ ਜੇਕਰ ਅਸੀਂ ਉਸ ਚੀਜ਼ ਦੇ ਵਿੱਚੋਂ ਲੱਭਣਾ ਸ਼ੁਰੂ ਕਰ ਦਈਏ ਵੀ ਇਹ 'ਚ ਮੈਨੂੰ ਸਿੱਖਿਆ ਕੀ ਮਿਲਦੀ ਆ ਤਾਂ ਯਕੀਨ ਜਾਣਿਓ ਆਪਾਂ ਸਟੈਪ ਬਾय ਸਟੈਪ ਕਦਮ ਦਰ ਕਦਮ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਵੱਧ ਸਕਦੇ ਹਾਂ। ਤੋਂ ਇਸੇ ਤਰ੍ਹਾਂ ਇੱਕ ਹੋਰ ਆਪਣੇ ਵਿਸ਼ੇ ਦੇ ਉੱਤੇ ਇੱਕ ਛੋਟੀ ਜੀ ਅਸਲੀ ਕਹਾਣੀ, ਜਿਸ ਕਹਾਣੀ ਦੀ ਪਾਤਰ ਆ मैडम अरुणिमा सिन्हा। उस कहानी की पात्र अरुणिमा सिन्हा। अरुणिमा सिन्हा की कहानी हले तुहानू ये नाम अनजान लग रहा, पर इस मेरी वार्तालाप नूं सुन के तुसीं जान पाओगे कि वो साडे अज दे विषय दे उत्ते किन्नी ढुकवीं असली जिहड़ी आ उहदे नाल जो वार्तालाप होया, उहदे नाल जो वाकिया होया, वो किन्ना साडे अज दे विषय दे उत्ते ढुकवा है। एक कुड़ी जो कि खेडां दे विच बहुत तेज आ, एक दौड़ाक आ, एथलीट हैगी आ। वो ट्रेन दे विच जा रही आ, ट्रेन दे विच ओनू लुटेरे पै जांदे आ ओदी चेनी वगैरह खोण लई, जो ओने गोल्ड पाया वो खोण वास्ते। ते लुटेरियां दे नाल लुटेरे बाकियां नूं भी लुटदे आ। जदों ओनू लुटण दी वारी आउंदी आ, क्योंकि वो एथलीट आ, जज्बा मन दे विच बड़ा तकड़ा आ, वो लड़ पैंदी आ। असली कहानी आ बच्चे होए और असली वाकिया है, जिस तो बहुत कुछ सानू सीखण नूं मिल सकदा। वो लड़ पैंदी है, जिद्दां लड़दी आ ते वो लत्त मार के उहनूं चलदी ट्रेन तो थल्ले सुੱਟ दिंदे आ। कित्थे सुੱਟ दिंदे आ? चलदी ट्रेन तो थल्ले सुੱਟ दिंदे आ। जिद्दां ही वो चलदी ट्रेन तो थल्ले डिगदी आ ते तुहानूं पता जदों चलदी ट्रेन तो बंदा थल्ले डिगे तो ओहदियां कई हड्डियां दा टुੱਟਣਾ बहुत लाजमी आ। ते खैर वो जदों थल्ले डिगदी आ ओहदे इन्नी सੱਟ लगदी कि बेहोश हो जांदी है। सारी रात लगभग सारी रात तो बेहोश रहिंदी आ। जदों ओनू होश आंदी आ ओनू लगदा कि जिहड़ी मेरी सज्जी लत्त है ते बहुत सੱਟ लगी आ, एक लत्त दे उत्ते बहुत सੱਟ लगी आ, पर ओनू पता नहीं लगदा भी किन्नी सੱਟ लगी आ। हौली हौली जदों दूसरी लत्त वाले पासे ध्यान मारदी आ, तुसीं देखो ओहदे मन दे हालात की होए होणगे कि दूसरी लत्त जिहड़ी आ वो कट होई आ ते कट्टे हुए मांस नूं चूहे खा रहे रेलवे ट्रैक दे उत्ते। सारी रात पई गई, खून लगातार वग रहा और ओहदी कट्टी हुई लत्त नूं, असली कहानी बच्चे होए ओहदी कट्टी हुई लत्त दा जिहड़ा मांस वा वो चूहे खांडे और अपनी लत्त दा मांस जो बंदा आप ही चूहे नूं खांदा देखे ओनू समझ कुछ नहीं सी लगदी, क्योंकि सुन्न हो चुका सी सारा कुछ ते किन्ना दर्द ओहने महसूस कीता होना। खैर किसी ना किसी इंसान दी जिद्दां कहंदे जिथे चाह उत्थे राह, तो किसी इंसान दी उत्थे
ਨਿਗਾਹ ਉੱਤੇ ਪਈ, ਨਜ਼ਰ ਪਈ, ਉਸ ਇਨਸਾਨ ਨੇ ਚੱਕ ਕੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ, ਹਸਪੀਟਲ ਦੇ ਵਿੱਚ ਦਾਖਲ ਕਰਾਇਆ, ਇਲਾਜ ਹੋਇਆ ਤੇ ਉਹਦੇ ਡਾਕਟਰਸ ਨੇ ਕਿਹਾ ਉਹਦੀ ਮਦਰ ਨੂੰ, ਉਹਦੇ ਘਰਦਿਆਂ ਨੂੰ ਕਿ ਸ਼ਾਇਦ ਇਹ ਹੁਣ ਆਪਣੇ ਪੈਰਾਂ ਦੇ ਉੱਤੇ ਦੁਬਾਰਾ ਸਹੀ ਤਰੀਕੇ ਨਾਲ ਖੜੀ ਨਹੀਂ ਹੋ ਸਕਦੀ। ਬਹੁਤ ਗੌਰ ਫਰਮਾਉਣ ਵਾਲੀ ਇੱਥੇ ਗੱਲ ਆ। ਡਾਕਟਰਸ ਨੇ ਕੀ ਕਿਹਾ ਕਿ ਇਹ ਹੁਣ ਆਪਣੇ ਪੈਰਾਂ ਦੇ ਉੱਤੇ ਖੜੀ ਨਹੀਂ ਹੋ ਸਕਦੀ, ਪਰ ਕਿਉਂਕਿ ਉਹ ਐਥਲੀਟ ਸੀਗੀ, ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਸੀਗੀ ਔਰ ਉਹਨੂੰ ਉਸੇ ਚੀਜ਼ ਦਾ ਰੰਜ ਸੀਗਾ ਕਿ ਮੈਂ ਉਹਨਾਂ ਲੁਟੇਰਿਆਂ ਤੋਂ ਮਾਤ ਖਾ ਗਈ। ਇੱਕ ਆਪਸ਼ਨ ਇਹ ਹੋ ਸਕਦੀ ਸੀ ਕਿ ਉਹ ਉਹਨਾਂ ਨੂੰ ਗਾਲਾਂ ਕੱਢਦੀ, ਬਿਲਾਪ ਕਰਦੀ, ਲੋਕਾਂ ਮੂਹਰੇ ਰੋਂਦੀ ਕਿ ਮੇਰੇ ਨਾਲ ਏਦਾਂ ਹੋਇਆ ਉਦਾਂ ਹੋਇਆ। ਦੂਜੀ ਆਪਸ਼ਨ ਸੀ ਉਹਨੇ ਸਾਰਾ ਕੁਝ ਛੱਡ ਕੇ ਸੋਚਿਆ ਕਿ ਮੈਂ ਐਥਲੀਟ ਹਾਂ, ਮੈਂ ਆਪਣੇ ਪੈਰਾਂ ਤੇ ਖੜੀ ਹੋਊਂਗੀ। ਤੋ ਘਰਦਿਆਂ ਦੇ ਮਨਾ ਕਰਨ ਦੇ ਬਾਵਜੂਦ, ਡਾਕਟਰਾਂ ਦੇ ਮਨਾ ਕਰਨ ਦੇ ਬਾਵਜੂਦ ਵੀ ਜਿਹੜੇ ਕਹਿੰਦੇ ਸੀ ਖੜੀ ਨਹੀਂ ਹੋ ਸਕਦੀ, ਉਹ ਕੁਝ 5-7 ਮਹੀਨਿਆਂ ਦੇ ਵਿੱਚ ਆਪਣੇ ਪੈਰਾਂ ਤੇ ਖੜੀ ਹੋ ਗਈ। ਤੇ ਜਿੱਦਣ ਉਹ ਪੈਰਾਂ ਦੇ ਉੱਤੇ ਕਹਿੰਦੇ ਖੜੀ ਹੋਈ, ਉਸ ਦਿਨ ਉਹਨੇ ਉੱਥੇ ਇੱਕ ਪ੍ਰਣ ਕੀਤਾ ਆਪਣੇ ਆਪ ਦੇ ਨਾਲ, ਕਹਿੰਦੀ ਮੈਂ ਇਹਨਾਂ ਟੁੱਟੇ ਪੈਰਾਂ ਤੇ ਇਕੱਲੀ ਖੜੀ ਨਹੀਂ ਹੋਈ, ਮੈਂ ਇਹਨਾਂ ਨੂੰ ਇੰਨਾ ਮਜ਼ਬੂਤ ਕਰਾਂਗੀ ਕਿ ਮੈਂ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਾਂਗੀ। ਸੱਚੀ ਕਹਾਣੀ, ਸੱਚਾ ਵਾਕਿਆ, ਸੱਚੀ ਘਟਨਾ ਦੇ ਉੱਤੇ ਆਧਾਰਿਤ ਮੈਂ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰ ਰਿਹਾ। ਉਹ ਕਹਿੰਦੀ ਮੈਂ ਕੀ ਚੜੂਗੀ ਮਾਊਂਟ ਐਵਰੈਸਟ। ਚੰਗੇ ਭਲੇ ਲੱਤਾਂ ਵਾਲੇ ਡਰਦੇ ਵੀ ਮੌਤ ਹੋ ਜਾਂਦੀ ਹੈ ਉੱਥੇ। ਹੁਣ ਜਦੋਂ ਉਹਨੇ ਇਹ ਕਿਹਾ ਕਿ ਮੈਂ ਮਾਊਂਟ ਐਵਰੈਸਟ ਚੜੂਗੀ, ਦਿਮਾਗ ਨੇ ਰਾਹ ਲੱਭਣੇ ਸ਼ੁਰੂ ਕੀਤੇ। ਉਹ ਜਿਸ ਵੀ ਸ਼ਖਸ ਦੇ ਕੋਲ ਗਈ ਸਿੱਖਣ ਵਾਸਤੇ, ਉਹਨਾਂ ਨੇ ਕਿਹਾ ਕਿ ਬੀਬੀ ਤੇਰੀਆਂ ਲੱਤਾਂ ਦੋਨੇ, ਇੱਕ ਕਰੈਕ ਆ, ਦੂਜੀ ਨਕਲੀ ਆ, ਤੇ ਤੂੰ ਕਿਹੜੇ ਚੱਕਰਾਂ 'ਚ ਪਈਆਂ। ਉਹਨੂੰ ਮਨਾ ਕੀਤਾ ਸਾਰਿਆਂ ਨੇ ਕਿ ਛੋਟੇ ਮੋਟੇ ਕੰਮ ਕਰ, ਕੋਈ ਹੋਰ ਛੋਟੇ ਮੋਟੇ ਜਿਹੜੇ ਪ੍ਰੋਫੈਸ਼ਨ ਆ ਉਹ ਤੁਸੀਂ ਚੂਜ਼ ਕਰ ਸਕਦੇ ਹੋ, ਮਾਊਂਟ ਐਵਰੈਸਟ ਦਾ ਖਿਆਲ ਛੱਡ ਦੇ। ਪਰ ਭਾਰਤ ਦੀ ਪਹਿਲੀ ਲੇਡੀ ਜੋ ਕਿ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੈ ਕਿ ਉਹ ਮਾਊਂਟ ਐਵਰੈਸਟ ਦੇ ਉੱਤੇ ਚੜੇ, ਇਹ ਬੱਚੀ ਜਦੋਂ ਉਹਨਾਂ ਨੂੰ ਮਿਲਣ ਜਾਂਦੀ ਆ, ਉਹਨਾਂ ਨੂੰ ਜਦੋਂ ਮਿਲਣ ਜਾਂਦੀ ਆ, ਆਪਣੀ ਘਟਨਾ ਸਾਰੀ ਦੱਸਦੀ ਆ ਔਰ ਦੱਸਦੀ ਆ ਕਿ ਮੇਰੇ ਪੈਰਾਂ ਦੇ ਇਹ ਹਾਲਾਤ ਆ। ਉਹ ਕਹਿੰਦੀ ਵੀ ਮੇਰੇ ਤੋਂ ਕੀ ਚਾਹੁੰਦੀ ਆ? ਉਹ ਕਹਿੰਦੀ ਮੈਂ ਸਿਰਫ ਤੁਹਾਡੀਆਂ ਬਲੇਸਿੰਗ ਚਾਹੁੰਦੀ ਆ, ਆਸ਼ੀਰਵਾਦ ਚਾਹੁੰਦੀ ਆ ਕਿ ਮੈਂ ਇੱਕ ਨਿਰਣਾ ਕੀਤਾ, ਇੱਕ ਦ੍ਰਿੜ ਨਿਸ਼ਚਾ ਕੀਤਾ ਕਿ ਮੈਂ ਮਾਊਂਟ ਐਵਰੈਸਟ ਦੇ ਉੱਤੇ ਇਹਨਾਂ ਲੱਤਾਂ ਦੇ ਨਾਲ ਹੀ ਚੜੂੰਗੀ। ਤਾਂ ਉਹ ਲੇਡੀ ਉਹਨੂੰ ਆਪਣੇ ਗਲ ਨਾਲ ਲਾਉਂਦੀ ਆ ਔਰ ਕਹਿੰਦੀ ਆ ਕਿ ਬੇਟਾ ਤੂੰ ਮਾਊਂਟ ਐਵਰੈਸਟ ਵਰਗੀ ਉੱਚੀ ਚੋਟੀ ਨੂੰ ਆਪਣੇ ਦਿਮਾਗ ਤੋਂ, ਆਪਣੇ ਮਨ ਤੋਂ ਫਤਿਹ ਕਰ ਚੁੱਕੀ ਆ, ਸਿਰਫ ਹੁਣ ਲੱਤਾਂ ਨਾਲ ਉੱਥੇ ਜਾਣਾ ਬਾਕੀ ਆ। ਤਾਂ ਉਹਦੀ ਇਸ ਗੱਲ ਦੇ ਨਾਲ ਉਹਨੂੰ ਇੰਨੀ ਹੱਲਾਸ਼ੇਰੀ ਮਿਲਦੀ ਆ, ਇੰਨੀ ਹੱਲਾਸ਼ੇਰੀ ਮਿਲਦੀ ਆ ਕਿ ਕੁਝ ਹੀ ਮਹੀਨਿਆਂ ਦੀ ਪ੍ਰੈਕਟਿਸ ਤੋਂ ਬਾਅਦ ਉਹ ਆਪਣੀ ਫਸਟ ਅਟੈਂਪਟ ਦੇ ਵਿੱਚ ਮਾਊਂਟ ਐਵਰੈਸਟ ਦੇ ਉੱਤੇ ਚੜ੍ਹਨ ਦੇ ਵਿੱਚ ਕਾਮਯਾਬ ਹੋਈ ਔਰ ਸ਼ਾਇਦ ਉਹ ਦੁਨੀਆ ਦੀ ਪਹਿਲੀ ਐਸੀ ਔਰਤ ਬਣੀ, ਉਹ ਦੁਨੀਆ ਦੀ ਪਹਿਲੀ ਐਸੀ ਔਰਤ ਬਣੀ ਜਿਹੜੀ ਹੈਂਡੀਕੈਪਟ ਹੋਣ ਦੇ ਬਾਵਜੂਦ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰ ਪਾਈ। ਅਸੀਂ ਥੋੜਾ ਜਿਹਾ ਤੁਰ ਕੇ ਜਾਣਾ ਹੋਵੇ ਤਾਂ ਸਾਨੂੰ ਪਰੇਸ਼ਾਨੀ ਪੈ ਜਾਂਦੀ ਹੈ। ਤੋ ਉਹਦੇ ਕੋਲ ਵੀ ਦੋ ਵਿਕਲਪ ਸੀ, ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਦੇ ਨਾਲ ਕਿਤੇ ਕਿਸੇ ਨਾ ਕਿਸੇ ਆਪਸ਼ਨ, ਛੋਟੀ ਮੋਟੀ ਨੌਕਰੀ ਕਰ ਲੈਣੀ ਜਾਂ ਕਿਸੇ ਛੋਟੇ ਮੋਟੇ ਪ੍ਰੋਫੈਸ਼ਨ 'ਚ ਪੈ ਜਾਣਾ ਜਾਂ ਮੈਰਿਜ ਕਰਕੇ ਆਪਣਾ ਘਰ ਵਸਾ ਲੈਣਾ। ਪਰ ਉਸ ਕੁੜੀ ਨੇ, ਅਰੁਣਿਮਾ ਸਿਨਹਾ ਨੇ, ਉਸ ਚੀਜ਼ ਦੇ ਵਿੱਚੋਂ ਆਪਸ਼ਨ ਲੱਭਣੀ ਸ਼ੁਰੂ ਕਰ ਦਿੱਤੀ ਵੀ ਚਲੋ ਜੋ ਹੋਇਆ ਸੋ ਹੋਇਆ, ਪਰ ਇਹਦੇ 'ਚ ਮੇਰੇ ਲਈ ਬਿਹਤਰ ਆ। ਤੇ ਸ਼ਾਇਦ ਜੇਕਰ ਉਹਦੀਆਂ ਲੱਤਾਂ ਸਲਾਮਤ ਰਹਿੰਦੀਆਂ ਤੇ ਉਹ ਕਦੀ ਮਾਊਂਟ ਐਵਰੈਸਟ ਵਰਗੀ ਚੋਟੀ ਸਰ ਕਰਕੇ ਆਪਣਾ ਵਿਸ਼ਵ 'ਚ ਨਾਮ ਨਾ ਰੋਸ਼ਨ ਕਰਦੀ। ਪਰ ਇਹ ਉਹਦੀਆਂ ਲੱਤਾਂ ਦਾ ਟੁੱਟਣਾ, ਉਹਨੂੰ ਟ੍ਰੇਨ 'ਚੋਂ ਸੁੱਟਣਾ ਤੇ ਲੋਕਾਂ ਦਾ ਉਹਨੂੰ ਟੌਂਟ ਮਾਰਨਾ ਕਿ ਤੂੰ ਹੁਣ ਪੈਰਾਂ ਤੇ ਖੜੀ ਨਹੀਂ ਹੋ ਸਕਦੀ, ਉਹਦਾ ਨਤੀਜਾ ਸੀ ਕਿ ਉਹਨੇ ਉਹਨੂੰ ਸਕਾਰਾਤਮਕ ਤਰੀਕੇ ਦੇ ਨਾਲ ਐਕਸੈਪਟ ਕੀਤਾ ਤੇ ਆਪਣੀਆਂ ਉਹਨਾਂ ਹੀ ਡੁਪਲੀਕੇਟ ਨਕਲੀ ਲੱਤਾਂ ਦੇ ਨਾਲ ਉਹ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰ ਪਾਈ। ਤੋਂ ਅੱਜ ਦਾ ਸਾਡਾ ਵਿਸ਼ਾ ਜੋ ਚੱਲ ਰਿਹਾ, whatever happens for a purpose। ਤੇ ਅਸੀਂ ਜੇਕਰ ਆਪਣੇ ਜੀਵਨ ਨੂੰ ਦੇਖੀਏ, ਛੋਟਾ ਜਿਹਾ ਸਾਡਾ ਫੇਲਿਅਰ ਹੁੰਦਾ ਆ, ਅਸੀਂ ਪਰੇਸ਼ਾਨ ਹੋ ਜਾਂਦੇ ਆ। ਮਾੜੇ ਜਿਹੇ ਕਿਤੇ ਸਾਡੇ ਨੰਬਰ ਘਟਦੇ ਆ, ਅਸੀਂ ਉੱਥੇ ਪਰੇਸ਼ਾਨ ਹੋ ਜਾਂਦੇ ਆ। ਘਰ ਦੇ ਵਿੱਚ ਮਾੜਾ ਮੋਟਾ ਮਾੜੀ ਜਿਹੀ ਅਣਬਣ ਹੁੰਦੀ ਆ, ਸਾਡਾ ਪਾਰਾ ਹਾਈਪਰ ਹੋ ਜਾਂਦਾ ਆ। ਅਸੀਂ ਕਦੀ ਇਹ ਨਹੀਂ ਦੇਖਦੇ ਵੀ ਅੱਜ ਤੋਂ ਬਾਅਦ ਤੁਸੀਂ ਇਸ ਗੱਲ ਨੂੰ ਆਪਣੇ ਆਪ ਨੂੰ ਕਹਿਣਾ ਆ ਵੀ ਜੋ ਹੁੰਦਾ ਆ ਉਹਦੇ ਪਿੱਛੇ ਕੋਈ ਨਾ ਕੋਈ ਵਧੀਆ ਕਾਰਨ ਆ, ਜੋ ਹੁੰਦਾ ਆ ਉਹਦੇ ਪਿੱਛੇ ਕੋਈ ਨਾ ਕੋਈ ਵਧੀਆ ਕਾਰਨ ਆ। ਜੇਕਰ ਤੁਸੀਂ ਕਹੋਗੇ ਉਹਦੇ ਪਿੱਛੇ ਚਾਹੇ ਕਾਰਨ ਵਧੀਆ ਹੋਵੇ ਜਾਂ ਨਾ ਹੋਵੇ, ਪਰ ਕੁਦਰਤ ਐਸੀ ਕਿਰਪਾ ਕਰੇਗੀ ਕਿ ਤੁਹਾਡੇ ਲਈ ਉਹ ਸਾਰੀਆਂ ਘਟਨਾਵਾਂ ਵਧੀਆ ਕਾਰਨ ਦੇ ਰੂਪ ਦੇ ਵਿੱਚ ਬਦਲ ਜਾਣਗੀਆਂ। ਤੁਹਾਡੇ ਲਈ ਉਹ ਸਾਰੀਆਂ ਘਟਨਾਵਾਂ
ਵਧੀਆ ਕਾਰਨ ਦੇ ਰੂਪ ਦੇ ਵਿੱਚ ਬਦਲ ਜਾਣਗੀਆਂ। ਔਰ ਦੁਨੀਆ ਦੇ ਉੱਤੇ ਅੱਜ ਤੱਕ ਜਿੰਨੀ ਵੀ ਪ੍ਰਗਤੀ ਹੋਈ ਆ, ਦੇਖੋ ਪੈਨਸਲਿਨ ਦੇ ਟੀਕੇ ਦੀ ਖੋਜ ਹੋਈ, ਉੱਲੀ ਤੋਂ ਬਣਾਇਆ ਗਿਆ। ਜਿਸ ਵਕਤ ਉਹ ਟੀਕਾ ਆਜ਼ਾਦ ਨਹੀਂ ਸੀਗਾ, ਇਨਫੈਕਸ਼ਨ ਦੇ ਨਾਲ ਫੌਜ ਦੇ ਵਿੱਚ ਮਾੜਾ ਜਿਹਾ ਕੱਟ ਲੱਗ ਜਾਣਾ, ਦੁਨੀਆ ਨੇ ਡੈਥ ਹੋ ਜਾਣੀ, ਸੈਪਟਿਕ ਹੋ ਜਾਂਦਾ ਸੀਗਾ। ਤੇ ਥੋੜੀਆਂ ਚੋਟਾਂ ਦੇ ਨਾਲ ਹੀ ਲੋਕਾਂ ਨੂੰ ਆਪਣੇ ਜੀਵਨ ਤੋਂ ਹੱਥ ਧੋਣੇ ਪਏ, ਲੋਕੀ ਉਹਨੂੰ ਵਿਕਰਾਲ ਰੂਪ ਦੇ ਵਿੱਚ ਦੇਖਦੇ ਰਹੇ। ਪਰ ਜਿਸ ਵਿਗਿਆਨੀ ਨੇ ਪੈਨਸਲਿਨ ਦੀ ਖੋਜ ਕੀਤੀ, ਉਹਨੇ ਇਸ ਸਾਰੀ ਪਰੇਸ਼ਾਨੀ ਨੂੰ ਦੂਜੇ ਤਰੀਕੇ ਨਾਲ ਲਿਆ ਤੇ ਮੈਂ ਕੁਛ ਨਾ ਕੁਛ ਲੱਭੂੰਗਾ ਤਾਂ ਕਿ ਇਹਦਾ ਹੱਲ ਕਰ ਸਕਾਂ। ਤਾਂ ਪੂਰੀ ਦੁਨੀਆ ਜਿੱਥੇ ਉਸ ਬਿਮਾਰੀ ਜੋ ਸੈਪਟਿਕ ਦੀ ਸੀ, ਇਨਫੈਕਸ਼ਨ ਦੀ ਸੀ, ਉਸ ਬਿਮਾਰੀ ਦੇ ਡਰ ਦੇ ਖੌਫ ਦੇ ਵਿੱਚ ਪੂਰੀ ਦੁਨੀਆ ਜੀ ਰਹੀ ਸੀ, ਉੱਥੇ ਇੱਕ ਵਿਗਿਆਨੀ ਨੇ ਤਹਈਆ ਕੀਤਾ। ਉਹਨਾਂ ਹਾਲਾਤਾਂ ਦੇ ਵਿੱਚੋਂ ਉਹਨੇ ਲੱਭ ਲਿਆ ਕਿ ਉੱਲੀ ਤੋਂ ਜਿਹੜੀ ਪੈਨਸਲਿਨ ਉਹ ਕਿਵੇਂ ਬਣੇਗੀ ਤੇ ਇੰਨੀਆਂ ਸਾਰੀਆਂ ਬਿਮਾਰੀਆਂ ਨੂੰ ਉਹਨੇ ਕਾਬੂ ਕਰ ਲਿਆ। ਤੋ ਹੌਲੀ ਹੌਲੀ ਕਰਕੇ ਜੇ ਆਪਾਂ ਸਾਰੀਆਂ ਖੋਜਾਂ ਨੂੰ ਦੇਖੀਏ ਤਾਂ ਗੱਲ ਫਿਰ ਉੱਥੇ ਹੀ ਆ, ਕਹਿੰਦੇ ਵਾਟ ਐਵਰ ਹੈਪਨਸ ਫॉर ਏ ਪਰਪਸ। ਜੇਕਰ ਅਸੀਂ ਆਪਣੇ ਦਿਮਾਗ ਨੂੰ ਇਹ ਦਿਸ਼ਾ ਨਿਰਦੇਸ਼ ਦੇ ਦਈਏ ਕਿ ਜੋ ਹੁੰਦਾ ਉਹਦੇ ਵਿੱਚ ਕੁਛ ਨਾ ਕੁਛ ਭਲਾ ਜ਼ਰੂਰ ਛਿਪਿਆ ਹੁੰਦਾ, ਕੁਛ ਨਾ ਕੁਛ ਚੰਗੀ ਚੀਜ਼ ਉਹਦੇ ਵਿੱਚ ਜ਼ਰੂਰ ਹੁੰਦੀ ਆ। ਤੇ ਜੇਕਰ ਆਪਾਂ ਇਦਾਂ ਦਾ ਦਿਮਾਗ ਦੇ ਨਾਲ ਨਿਰਣਾ ਕਰ ਲਈਏ ਤਾਂ ਤੁਸੀਂ ਯਕੀਨ ਜਾਣਿਓ ਹਰ ਮਾੜੀ ਤੋਂ ਮਾੜੀ ਚੀਜ਼ ਦੇ ਵਿੱਚ ਵੀ ਤੁਹਾਨੂੰ ਆਪਣੇ ਜੀਵਨ ਦੀ ਬਿਹਤਰੀ ਵਾਸਤੇ ਚੀਜ਼ਾਂ ਮਿਲਣਗੀਆਂ ਜੋ ਤੁਹਾਨੂੰ ਉੱਚਾ ਚੱਕਣਗੀਆਂ, ਤੁਹਾਡੇ ਮਨੋਬਲ ਨੂੰ ਉੱਚਾ ਚੱਕਣਗੀਆਂ, ਤੁਹਾਨੂੰ ਸਰੀਰਕ ਤੌਰ ਤੇ ਮਜ਼ਬੂਤ ਕਰਨਗੀਆਂ, ਮਾਨਸਿਕ ਤੌਰ ਤੇ ਮਜ਼ਬੂਤ ਕਰਨਗੀਆਂ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਚਲੇ ਜਾਓਗੇ। ਯਕੀਨ ਜਾਣਿਓ ਮੁਸੀਬਤ ਜਿੰਨੀ ਮਰਜ਼ੀ ਵੱਡੀ ਤੋਂ ਵੱਡੀ ਹੋਵੇ, ਪਰੇਸ਼ਾਨੀ ਚਾਹੇ ਪੜ੍ਹਾਈ ਦੀ ਹੋਵੇ, ਲਿਖਾਈ ਦੀ ਹੋਵੇ, ਜਾਂ ਸਾਨੂੰ ਕੋਈ ਬਿਮਾਰੀ ਲੱਗ ਜਾਵੇ, ਜਾਂ ਘਰ ਦੇ ਵਿੱਚ ਕੋਈ ਕਲਾ ਕਲੇਸ਼ ਹੋ ਜਾਵੇ, ਜਾਂ ਸਮਾਜ ਦੇ ਵਿੱਚ ਕੁਝ ਵੀ ਹੋ ਜਾਵੇ, ਯਕੀਨ ਜਾਣਿਓ ਜੇਕਰ ਆਪਾਂ ਚੰਗੀ ਸੋਚ ਦੇ ਨਾਲ ਇਹ ਲੱਭਦੇ ਆ ਤੇ ਇਹਦਾ ਹੱਲ ਲੱਭਣਾ ਆ ਤਾਂ ਇਸ ਗੱਲ ਨੂੰ ਆਪਾਂ ਦਿਮਾਗ 'ਚ ਬਿਠਾ ਲਈਏ ਵੀ ਜੋ ਕੁਝ ਹੁੰਦਾ ਉਹ ਕਿਸੇ ਨਾ ਕਿਸੇ ਚੰਗੇ ਕੰਮ ਲਈ ਹੁੰਦਾ। ਤਾਂ ਉਸ ਮਾੜੇ ਤੋਂ ਮਾੜੇ ਕੰਮ ਦੇ ਵਿੱਚੋਂ ਵੀ ਚੰਗੇ ਕੰਮ ਦੇ ਬੀਜਾਂ ਦੀ ਜਿਹੜੀ ਉਪਜ ਆ ਉਹ ਜ਼ਰੂਰ ਹੁੰਦੀ ਹੈ। ਇਹ ਬਿਲਕੁਲ ਸਾਥੀਓ, ਬੱਚਿਓ, ਮੇਰੇ ਬਜ਼ੁਰਗੋ, ਇਸੇ ਤਰ੍ਹਾਂ ਆ ਕਿ ਜਿਸ ਤਰ੍ਹਾਂ ਯਾਨੀ ਜਿਹੜਾ ਚਿੱਕੜ ਹੁੰਦਾ ਉਹ ਚਿੱਕੜ ਕਿੰਨਾ ਗੰਦਾ ਹੁੰਦਾ ਪਰ ਉਸੇ ਚਿੱਕੜ ਦੇ ਵਿੱਚ ਕਮਲ ਵਰਗੇ ਸੋਹਣੇ ਫੁੱਲ ਵੀ ਖਿਲਦੇ ਆ। ਤੋ ਜਿੱਦਾਂ ਚਿੱਕੜ 'ਚ ਫੁੱਲ ਖਿਲ ਸਕਦੇ ਆ, ਏਦਾਂ ਹੀ ਮਾੜੇ ਹਾਲਾਤਾਂ ਦੇ ਚਿੱਕੜ ਦੇ ਵਿੱਚ, ਬੁਰੇ ਹਾਲਾਤਾਂ ਦੇ ਚਿੱਕੜ ਦੇ ਵਿੱਚ, ਪਰੇਸ਼ਾਨੀ ਭਰੇ ਚਿੱਕੜ ਦੇ ਵਿੱਚ ਆਸ ਦਾ ਕਮਲ ਜਿਹੜਾ ਆ ਹਮੇਸ਼ਾ ਖਿਲਾਇਆ ਜਾ ਸਕਦਾ। ਸਕਾਰਾਤਮਕਤਾ ਦਾ ਜਿਹੜਾ ਕਮਲ ਵਾ ਹਮੇਸ਼ਾ ਖਿਲਾਇਆ ਜਾ ਸਕਦਾ। ਤੇ ਉਸੇ ਆਸ ਦੇ ਨਾਲ, ਜਿੱਦਾਂ ਕਹਿੰਦੇ ਆਸ ਦੇ ਉੱਤੇ ਦੁਨੀਆ ਕਾਇਮ ਆ, ਤੇ ਉਸੇ ਆਸ ਦੇ ਨਾਲ ਜਿੱਦਾਂ ਚਿੱਕੜ ਦੇ ਵਿੱਚ ਕਮਲ ਖਿਲਦਾ, ਏਦਾਂ ਹਰ ਤਰ੍ਹਾਂ ਦੇ ਬੁਰੇ ਹਾਲਾਤਾਂ ਦੇ ਵਿੱਚ ਵੀ ਜਿਹੜਾ ਜ਼ਿੰਦਗੀ ਦਾ ਸਰਵਾਈਵਲ ਆ ਉਹ ਵਧੀਆ ਹੋ ਜਾਂਦਾ। ਤੋ ਗੱਲ ਚੱਲ ਰਹੀ ਸੀ ਸਾਡੇ ਅੱਜ ਦੇ ਮਹੱਤਵਪੂਰਨ ਵਿਸ਼ੇ ਬਾਰੇ ਕਿ ਵਾਟ ਐਵਰ ਹੈਪਨਸ ਫॉर ਏ ਪਰਪਸ। ਵੀ ਸਾਡੇ ਜੀਵਨ ਦੇ ਵਿੱਚ ਜੋ ਵੀ ਹੁੰਦਾ ਆ ਉਹ ਕਿਸੇ ਨਾ ਕਿਸੇ ਮਕਸਦ ਕਰਕੇ ਹੁੰਦਾ ਆ। ਜੇਕਰ ਅਸੀਂ ਇਸ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਘਰ ਕਰ ਲਈਏ ਤਾਂ ਯਕੀਨ ਜਾਣੋ ਅੱਜ ਹੋਰ ਕੱਲ ਹੋਰ ਹਾਲਾਤ ਬਦਲਦੇ ਸਮਾਂ ਨਹੀਂ ਲੱਗਦਾ। ਔਰ ਹਾਲਾਤ ਕਦੋਂ ਨਕਾਰਾਤਮਕ ਹਾਲਾਤਾਂ ਤੋਂ ਸਕਾਰਾਤਮਕ ਹਾਲਾਤਾਂ ਤੱਕ ਪਹੁੰਚ ਜਾਂਦੇ ਆ ਤੁਹਾਨੂੰ ਉਹਦਾ ਕੋਈ ਅੰਦੇਸ਼ਾ ਨਹੀਂ ਹੁੰਦਾ। ਇਸੇ ਤਰੀਕੇ ਦੇ ਨਾਲ ਅਸੀਂ ਜਰਾ ਆਪਣੇ ਜੀਵਨ ਦੇ ਉੱਤੇ ਨਿਗਾਹ ਮਾਰੀਏ, ਸਾਨੂੰ ਕਈ ਵਾਰੀ ਛੋਟੀ ਜਿਹੀ ਪ੍ਰੋਬਲਮ ਹੁੰਦੀ ਆ, ਛੋਟੀ ਜਿਹੀ ਸਾਨੂੰ ਪ੍ਰੋਬਲਮ ਹੁੰਦੀ ਆ, ਅਸੀਂ ਉਹ ਛੋਟੀ ਪ੍ਰੋਬਲਮ ਦੇ ਵਿੱਚ ਤਿਲਮਿਲਾ ਉੱਠਦੇ ਆ, ਪਰੇਸ਼ਾਨ ਹੋ ਜਾਂਦੇ ਆ। ਪਰ ਯਕੀਨ ਜਾਣਿਓ ਸਾਨੂੰ ਜੋ ਵੀ ਪਰੇਸ਼ਾਨੀ ਆਉਂਦੀ ਆ, ਜੋ ਵੀ ਸਾਨੂੰ ਦੁੱਖ ਆਉਂਦਾ ਆ, ਛੋਟੇ ਤੋਂ ਛੋਟਾ, ਉਹ ਕੁਦਰਤ ਦਾ ਸਾਨੂੰ ਇੱਕ ਇਸ਼ਾਰਾ ਮਾਤਰ ਆ ਕਿ ਭਾਈ ਸੰਭਲ ਜਾ। ਕੁਦਰਤ ਦਾ ਸਾਨੂੰ ਇਸ਼ਾਰਾ ਮਾਤਰ ਆ ਵੀ ਭਾਈ ਸੰਭਲ ਜਾ। ਅਸੀਂ ਇੱਕ ਮਕਾਨ ਪਾਇਆ ਹੋਵੇ, ਬਾਰਿਸ਼ਾਂ ਦਾ ਮੌਸਮ ਨਾ ਹੋਵੇ, ਚੰਗੇ ਭਲੇ ਸਰਦੀਆਂ ਦੇ ਮੌਸਮ ਦੇ ਵਿੱਚ ਥੋੜੀ ਜਿਹੀ ਬਾਰਿਸ਼ ਪਵੇ ਤੇ ਸਾਡੇ ਲੈਂਟਰ ਚੋਂ ਪਾਣੀ ਟਿਪ ਟਿਪ ਥੋੜਾ ਜਿਹਾ ਡਿੱਗ ਜਾਵੇ, ਉਹ ਇਸ਼ਾਰਾ ਕਰਦਾ ਆ। ਕੀ ਇਸ਼ਾਰਾ ਕਰਦਾ ਆ? ਤੇ ਲੈਂਟਰ ਕਮਜ਼ੋਰ ਹੋ ਚੁੱਕਾ ਆ। ਥੋੜੇ ਜਿਹੇ ਪਾਣੀ ਦੇ ਨਾਲ ਟਿਪ ਟਿਪ ਕਰਕੇ ਬੂੰਦਾਂ ਡਿੱਗੀਆਂ ਤੇ ਭਾਈ ਸੱਜਣਾ ਅੱਗੇ ਬਰਸਾਤ ਆਉਣ ਵਾਲੀ ਆ। ਉਹ ਇਹੀ ਇਸ਼ਾਰਾ ਕਰਦਾ ਆ। ਤੇ ਆਪਾਂ ਮਾੜੀ ਉੱਤੇ ਐਮਸੀ ਲਾ ਦਈਏ, ਥੱਲਿਓਂ ਪੋਚੇ ਨਾਲ ਸਾਫ਼ ਕਰ ਦਈਏ, ਜਾਂ ਉਸ ਬਰਸਾਤ ਨੂੰ ਨਹਾ ਕੇ ਦਿਮਾਗ ਚੋਂ ਕੱਢ ਦਈਏ। ਫਿਰ ਪੰਗਾ ਕਦੋਂ ਪੈਣਾ? ਜਦੋਂ ਬਾਰਿਸ਼ਾਂ ਭਰ ਆਉਣੀਆਂ, ਹੋ ਸਕਦਾ ਲੈਂਟਰ ਹੀ ਲੱਫ ਜਾਵੇ।
ਹੋ ਸਕਦਾ ਉਹਦਾ ਬਹੁਤ ਤਕੜਾ ਨੁਕਸਾਨ ਹੋ ਜਵੇ, ਪਰ ਆਪਾਂ ਜੇ ਉਹਨੂੰ ਉਸ ਵੇਲੇ, ਕਿਉਂਕਿ ਉਹ ਲੈਂਟਰ ਚੋ ਕੇ ਸਾਨੂੰ ਦੱਸਦਾ ਹੈ ਵੀ ਕਿਤੇ ਗੜਬੜ ਹੋ ਗਈ ਹੈ। ਇਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਸਰੀਰ ਆ, ਇਸ ਸਰੀਰ ਨੂੰ ਵੀ ਜਦੋਂ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਆਉਂਦੀਆਂ ਆ, ਤਾਂ ਜਦੋਂ ਸਾਨੂੰ ਥੋੜਾ ਥੋੜਾ ਬੁਖਾਰ ਹੀ ਚੜਦਾ ਆ, ਇਹਦਾ ਮਤਲਬ ਕੀ ਆ ਕਿ ਸਾਡੇ ਸਰੀਰ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਕਰਕੇ, ਜਾਂ ਖਾਣ ਪੀਣ ਕਰਕੇ, ਜਾਂ ਸੋਚਣ ਕਰਕੇ, ਜਾਂ ਥਕਾਵਟ ਵੱਧ ਕਰਕੇ ਕੋਈ ਨਾ ਕੋਈ ਪਰੇਸ਼ਾਨੀ, ਇਨਫੈਕਸ਼ਨ ਸ਼ੁਰੂ ਹੋ ਚੁੱਕੀ ਆ, ਜਿਹਦੇ ਕਰਕੇ ਸਾਨੂੰ ਥੋੜਾ ਥੋੜਾ ਬੁਖਾਰ ਮਹਿਸੂਸ ਹੁੰਦਾ ਆ। ਆਪਾਂ ਜੇ ਉਹ ਥੋੜਾ ਥੋੜਾ ਬੁਖਾਰ ਨਾ ਜਾਂਚੀਏ ਤਾਂ ਫਿਰ ਉਹਨੇ ਵਿਕਰਾਲ ਬਿਮਾਰੀ ਦੇ ਰੂਪ 'ਚ ਜਦੋਂ ਸਾਨੂੰ ਫੜਨਾ, ਅਸੀਂ ਕਹਿਣਾ ਸਾਨੂੰ ਪ੍ਰਮਾਤਮਾ ਨੇ ਕੋਈ ਸਜ਼ਾ ਦਿੱਤੀ ਆ, ਜਾਂ ਸਾਨੂੰ ਸਾਡੇ ਸਰੀਰ ਨੇ ਧੋਖਾ ਦੇ ਦਿੱਤਾ। ਪਰ ਨਾ ਤਾਂ ਪ੍ਰਮਾਤਮਾ ਨੇ ਸਜ਼ਾ ਦਿੱਤੀ ਆ, ਨਾ ਸਰੀਰ ਨੇ ਧੋਖਾ ਦਿੱਤਾ। ਸਾਨੂੰ ਤਾਂ ਇੰਨੇ ਚਿਰ ਪਹਿਲਾਂ ਥੋੜੀ ਥੋੜੀ ਇਨਫੈਕਸ਼ਨ ਦੇ ਨਾਲ ਹੀ ਦੱਸ ਦਿੱਤਾ ਸੀਗਾ, ਭਾਈ ਸੰਭਲ ਜਾਓ, ਪਰ ਆਪਾਂ ਸੰਭਲੇ ਨਹੀਂ, ਤਾਂ ਸਾਡਾ ਨੁਕਸਾਨ ਹੁੰਦਾ। ਇਸੇ ਤਰੀਕੇ ਦੇ ਨਾਲ ਆਪਾਂ ਚਾਹੇ ਆਪਣੇ ਵਾਲਾਂ ਦੀ ਗੱਲ ਕਰ ਲਈਏ, ਉਹ ਵੀ ਪਹਿਲਾਂ ਥੋੜੇ ਥੋੜੇ ਝੜਦੇ ਆ, ਉਹ ਝੜ ਕੇ ਸਾਨੂੰ ਦੱਸਦੇ ਆ ਵੀ ਕਿਤੇ ਨਾ ਕਿਤੇ ਕਮਜ਼ੋਰੀ ਪੈਦਾ ਹੋ ਰਹੀ ਆ। ਅਸੀਂ ਆਪਣੇ ਸਰੀਰ ਦੇ ਵਿੱਚ ਆਉਣ ਵਾਲੇ, ਪੈਣ ਵਾਲੇ, ਜਾਂ ਸਰੀਰ 'ਚ ਮਹਿਸੂਸ ਹੋਣ ਵਾਲੇ ਦਰਦਾਂ ਨੂੰ ਵੀ ਦੇਖ ਲਈਏ। ਜਿਹੜੇ ਸਰੀਰ ਦੇ ਵਿੱਚ ਸਾਨੂੰ ਦਰਦ ਮਹਿਸੂਸ ਹੁੰਦੇ ਆ, ਇਹਦਾ ਮਤਲਬ ਜੇ ਮੈਨੂੰ ਖੜੇ ਖੜੇ ਲੱਕ ਦਰਦ ਮਹਿਸੂਸ ਹੁੰਦਾ, ਇਹਦਾ ਮਤਲਬ ਕਿਤੇ ਨਾ ਕਿਤੇ ਮੇਰੇ ਸਰੀਰ 'ਚ ਕਮਜ਼ੋਰੀ ਆ ਰਹੀ ਆ। ਜੇਕਰ ਕੰਮ ਕਰਦੇ ਬਹੁਤ ਜ਼ਿਆਦਾ ਥਕਾਵਟ ਹੁੰਦੀ ਆ, ਮੋਢੇ ਦੁਖਦੇ ਆ, ਇਹਦਾ ਮਤਲਬ ਸਰੀਰ ਦੇ ਵਿੱਚ ਕਿਤੇ ਨਾ ਕਿਤੇ ਵਿਟਾਮਿਨਾਂ ਦੀ, ਮਿਨਰਲਸ ਦੀ, ਖੁਰਾਕ ਦੀ ਕਮੀ ਆ ਰਹੀ ਆ। ਪਰ ਆਪਾਂ ਸੁਣਦੇ ਨਹੀਂ, ਸੁਣਦੇ ਨਹੀਂ, ਸੁਣਦੇ ਨਹੀਂ। ਤਾਂ ਇੱਕ ਦਿਨ ਜਾ ਕੇ ਸਾਰਾ ਸਰੀਰ ਅੰਦਰੋਂ ਖੋਖਲਾ ਹੋਇਆ ਹੁੰਦਾ, ਮਾੜਾ ਜਿਹਾ ਪੌੜੀ ਤੋਂ ਪੈਰ ਤਿਲਕਦਾ ਆ, ਤੇ ਕਦੀ ਕੂਲਾ ਬਾਹਰ, ਕਦੀ ਚੂਲਾ ਬਾਹਰ, ਤੇ ਕਦੀ ਤੁਹਾਡੇ ਮੋਢੇ ਨਿਕਲ ਜਾਂਦੇ ਆ। ਉਹਦਾ ਕਾਰਨ ਕੀ ਸੀਗਾ? ਅਸੀਂ ਕਹਿੰਦੇ ਵੀ ਲੈ ਵੀ ਅੱਜ ਸੱਟ ਲੱਗ ਗਈ। ਸੱਟ ਅੱਜ ਨਹੀਂ ਲੱਗੀ, ਸੱਟ ਤਾਂ ਉਦੋਂ ਦੀ ਲੱਗੀ ਆ ਜਦੋਂ ਥੋੜੀ ਥੋੜੀ ਪਰੇਸ਼ਾਨੀ ਸ਼ੁਰੂ ਹੋ ਗਈ ਸੀ। ਪਰ ਆਪਾਂ ਉਸ ਥੋੜੀ ਪਰੇਸ਼ਾਨੀ ਨੂੰ ਦੇਖਿਆ ਨਹੀਂ, ਆਪਾਂ ਆਪਣੀ ਦੌੜ 'ਚ, ਆਪਣੀ ਧੁੰਨ 'ਚ ਚੱਲਦੇ ਗਏ, ਹੱਡੀਆਂ ਖੋਖਲੀਆਂ ਹੁੰਦੀਆਂ ਗਈਆਂ। ਥੋੜੀ ਜਿਹੀ ਸੱਟ ਦੇ ਨਾਲ ਹੀ ਫਿਰ ਅੱਗੇ ਕੋਠਿਆਂ ਤੋਂ ਲੋਕੀ ਡਿੱਗ ਜਾਂਦੇ ਸੀਗੇ, ਪਰੇਸ਼ਾਨੀ ਨਹੀਂ ਸੀ ਹੁੰਦੀ, ਮਾੜਾ ਮੋਟਾ ਬੰਨ ਕੇ ਠੀਕ ਹੋ ਜਾਂਦਾ ਸੀਗਾ। ਅੱਜ ਇੱਥੇ ਬਾਥਰੂਮ 'ਚ ਡਿੱਗਦੇ ਆ ਤਾਂ ਮੌਤ ਹੋ ਜਾਂਦੀ, ਸਾਈਕਲ ਤੋਂ ਡਿੱਗਦੇ ਸਾਰਾ ਸਰੀਰ ਹਿੱਲ ਜਾਂਦਾ। ਕਿਉਂ? ਕਿਉਂਕਿ ਸਾਡੇ ਖਾਣ ਪੀਣ ਅਜੇ ਇਸ ਤਰ੍ਹਾਂ ਦੇ ਆ, ਸਾਡੀ ਸੋਚਣੀ ਅਜੇ ਇਸ ਤਰ੍ਹਾਂ ਦੀ ਹੈ ਕਿ ਸਰੀਰ ਅੰਦਰਲੇ ਪਾਸੇ ਪੂਰਾ ਖੋਖਲਾ ਹੋ ਚੁੱਕਾ ਆ, ਕਮਜ਼ੋਰ ਹੋ ਚੁੱਕਾ ਆ, ਔਰ ਇੱਕ ਦਿਨ 'ਚ ਨਹੀਂ ਹੁੰਦਾ, ਕਈ ਸਾਲ ਲੱਗਦੇ ਆ। तो अज दा जिस तरह विषय आ, वट एवर हैपन्स हैपन्स फॉर ए परपस। तुहाडियां अखां दा भारा होना, लक दा भारा होना, गोडियां दे पेन आउणी, सिर दा दुखना, रात नूं नींद ना आउणी, पेट दा सही साफ ना होना, मन परेशान रहना, ये सारे ही साडे लई इंडिकेशन आ कि किते ना किते आपां गड़बड़ कर रहे हैं। इन्हां नूं आपां ठीक कर लईए, ते जदों आपां ठीक नहीं करदे ते यकीन जाणिओ फिर अगे सानूं वाधू अलामतां, वड्डियां परेशानियां दा सामना हमेशा करना पैंदा, आपां सुणदे नहीं। सो जदों भी सानूं छोटियां मोटियां परेशानियां आउंदियां आ, ਉਹਦਾ ਮਤਲਬ ਤੇ ਮਕਸਦ ਕੁਦਰਤ ਦਾ ਸਾਨੂੰ ਸਿਰਫ ਇਹੋ ਹੀ ਦੱਸਣ ਦਾ ਹੁੰਦਾ ਕਿ ਭਾਈ ਸੰਭਲ ਜਾਓ, ਭਾਈ ਜਾਗ ਜਾਓ। ਜੇ ਅਸੀਂ ਨਹੀਂ ਸੰਭਲੇ, ਨਹੀਂ ਜਾਗੇ, ਤਾਂ ਫਿਰ ਅੱਗੇ ਜਾ ਕੇ ਸਾਨੂੰ ਵੱਧ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਤੋ ਪਰੇਸ਼ਾਨੀਆਂ ਇੰਨੀਆਂ ਲੋਕਾਂ ਨੂੰ ਆਈਆਂ। ਸਾਡੇ ਗੁਰੂ ਪੀਰ ਪੈਗੰਬਰਾਂ ਦੀ ਗੱਲ ਕਰ ਲਈਏ, ਸੱਚ ਦੇ ਮਾਰਗ ਦੇ ਉੱਤੇ ਚੱਲੇ, ਕਿੰਨੀਆਂ ਪਰੇਸ਼ਾਨੀਆਂ ਆਈਆਂ, ਪਰ ਉਹਨਾਂ ਨੇ ਸਿਰ ਨਹੀਂ ਛੱਡਿਆ। ਇਸੇ ਕਰਕੇ ਅੱਜ ਅਸੀਂ ਗਿਆਨ ਸਭਾਵਾਂ ਦੇਖੋ ਇੱਥੇ ਲਗਾ ਰਹੇ ਹਾਂ। ਕਿਸਾਨਾਂ ਦੀ ਗੱਲ ਕਰ ਲਈਏ, ਤੁਸੀਂ ਦੇਖੋ ਕਿੰਨੀਆਂ ਸ਼ਹੀਦੀਆਂ ਪਾਈਆਂ, ਠੀਕ ਹੈ। ਉਸ ਤੋਂ ਬਾਅਦ ਆਪਣੇ ਘਰ ਟੈਂਟਾਂ ਦੇ ਵਿੱਚ ਵਸਾਏ, ਸਾਰਾ ਘਰ ਪੱਟ ਕੇ, ਕਾਰੋਬਾਰ ਛੱਡ ਕੇ ਬਾਰਡਰਾਂ ਦੇ ਉੱਤੇ ਜਾ ਕੇ ਬੈਠੇ, ਤੇ ਆਖਰਕਾਰ ਗੁਰਪੁਰਬ ਵਾਲੇ ਦਿਨ ਜਾ ਕੇ ਸੱਚ ਦੀ ਜਿੱਤ ਹੋਈ। ਜੋ ਵੀ ਕਹਿੰਦੇ ਕਿ ਉਹ ਜੀ ਸਰਕਾਰ ਨੇ ਸਾਡਾ ਮਾੜਾ ਕਰਦਾ, ਕਹਿੰਦੇ ਮਾੜਾ ਨਹੀਂ ਕੀਤਾ, ਆਪਣਾ ਸ਼ਾਂਤਮਈ ਢੰਗ ਨਾਲ ਰੂਸ ਨੂੰ ਜਾਰੀ ਰੱਖਿਆ। ਤਾਂ ਵਟ ਐਵਰ ਹੈਪਨਸ ਫॉर ए पर्पस। ਜੇ ਉਹ ਕਾਲੇ ਕਾਨੂੰਨ ਆਏ ਤਾਂ ਉਹਦਾ ਨਤੀਜਾ ਇਹ ਨਿਕਲਿਆ ਸਕਾਰਾਤਮਕ, ਵੀ ਸਾਰੀ ਕਿਸਾਨੀ ਇਕੱਠੀ ਹੋ ਗਈ, ਯੋਧੇ ਇਕੱਠੇ ਹੋ ਗਏ, ਬਹੁਤ ਸਾਰੇ ਸਮਾਜ ਦੇ ਲੋਕ ਇਕੱਠੇ ਹੋ ਗਏ। ਇਕੱਠੇ ਹੋ ਕੇ ਉਹਨਾਂ ਨੇ ਕਿਸਾਨੀ ਸੰਘਰਸ਼ ਨੂੰ ਦੇਖੋ ਸਪੋਰਟ ਕੀਤਾ, ਤੇ ਆਖਰ ਕਰਕੇ ਬਿਨਾਂ ਲੜਾਈ, ਬਿਨਾਂ ਝਗੜੇ ਉਹਨਾਂ ਨੇ ਇਸ ਚੀਜ਼ ਉੱਤੇ ਜਿੱਤ ਪ੍ਰਾਪਤ ਕੀਤੀ। ਸੋ ਹਰ ਘਟਨਾ ਦੇ ਵਿੱਚ, ਹਰ ਚੀਜ਼ ਦੇ ਵਿੱਚ, ਹਰ ਗੰਦਗੀ ਦੇ ਵਿੱਚ ਕਮਲ ਦਾ ਬੀਜ ਜਿਸ ਤਰ੍ਹਾਂ ਹੁੰਦਾ ਆ, ਇਸੇ ਤਰ੍ਹਾਂ ਹਰ ਮਾੜੀ ਘਟਨਾ ਦੇ ਵਿੱਚ ਚੰਗੀ ਚੀਜ਼ ਨੂੰ ਡਿਵੈਲਪ ਕਰਨ ਦੇ ਗੁਣ ਹੁੰਦੇ ਆ, ਚੰਗੀ ਚੀਜ਼ ਨੂੰ ਡਿਵੈਲਪ ਕਰਨ ਦੇ ਬੀਜ ਹੁੰਦੇ ਆ। ਉਹਨਾਂ ਬੀਜਾਂ ਨੂੰ ਜੇਕਰ ਆਪਾਂ ਸਮਝ ਲਈਏ, ਉਹਨਾਂ ਬੀਜਾਂ ਨੂੰ ਜੇਕਰ ਆਪਾਂ ਪਛਾਣ ਲਈਏ, ਤਾਂ ਸਾਡਾ ਜਿਹੜਾ ਜੀਵਨ ਆ ਉਹ ਸਟੈਪ ਦਰ ਸਟੈਪ, ਕਦਮ ਦਰ ਕਦਮ ਆਪਣੇ ਆਪ ਜਿਹੜਾ ਅੱਗੇ ਵੱਧਦਾ ਚਲੇ ਜਾਂਦਾ। ਤੋਂ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਅੱਜ ਦੀ ਜਿਹੜੀ ਆਪਣੀ ਗਿਆਨ ਸਭਾ ਆ, ਇਹਦੇ ਵਿੱਚ ਆਏ ਹੋਏ ਸਾਰੇ ਹੀ ਪਤਵੰਤੇ ਸੱਜਣ, ਬੱਚੇ,
ਵੱਡੇ ਫੈਮਲੀਜ਼ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹੋਇਆ ਅੱਜ ਦੀ ਮੈਂ ਗਿਆਨ ਸਭਾ ਨੂੰ ਇੱਥੇ ਸਮਾਪਤ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਜਿਨ੍ਹਾਂ ਨੇ ਵੀ ਇਹ ਗਿਆਨ ਸਭਾ ਪੂਰੇ ਧਿਆਨ ਦੇ ਨਾਲ ਸੁਣੀ ਆ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਜਗ੍ਹਾ ਦੇਣਗੇ ਤੇ ਅੱਜ ਹੋਰ ਕੱਲ ਹੋਰ ਜਿਹੜਾ ਜੀਵਨ ਦਾ ਬਦਲਣਾ ਆ ਹੌਲੀ ਹੌਲੀ ਕਰਕੇ ਉਹ ਜ਼ਰੂਰ ਹੋਏਗਾ ਹੀ ਹੋਏਗਾ ਤੇ ਬਦਲਾਵ ਜਿਹੜਾ ਹੋਏਗਾ ਹੀ ਹੋਏਗਾ। ਤਾਂ ਸਾਰਿਆਂ ਨੂੰ ਜੈ ਪ੍ਰਕਿਰਤੀ, ਜੈ ਭਾਰਤ।